तो कलयुग तो जब तक कच्चे हैं उत तक है, जो पक्के हो गए तो कलयुग भी खत्म हो गया समझो। हमेशा तो कुछ भी नहीं रहता इतने, ना गर्मी रहती है ना सर्दी रहती है, कुछ भी नहीं रहता। ਇਹ ਤਾਂ ਜਿਹੜਾ ਜੋ ਭਰਿਆ ਸੋ ਡੁੱਬਿਆ। ਜੇ ਭਰ ਜਾਂਦਾ ਘੜਾ ਡੁੱਬਣਾ ਹੀ ਹੁੰਦਾ, ਉਹ ਤਾਂ ਡੁੱਬਿਆ ਹੀ। ਹੁਣ ਕਿੰਨੀ ਛੇਤੀ ਭਰਦਾ। ਉਹ ਕਹਿੰਦੇ ਨੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਾਪੀ ਨੂੰ ਨਹੀਂ ਕੋਈ ਮਾਰ ਸਕਦਾ, ਪਾਪੀ ਨੂੰ ਉਹਦਾ ਹੀ ਪਾਪ ਮਾਰਦਾ ਹੈ। ਪਾਪ ਹੈ ਮਹਾਬਲੀ ਹੈ। ਜਦੋਂ ਪਾਪ ਕੋਈ ਕਰਨ ਲੱਗਦਾ ਨਾ, ਫਿਰ ਪਰਮੇਸ਼ਰ ਸਮਾਂ ਕਹਿੰਦਾ ਵੀ ਹੁਣ ਤੂੰ ਦਵਾ ਦਵ ਕਰ ਲੈ, ਛੇਤੀ ਡੁੱਬ ਜਾ ਘੜਾ ਤੇਰਾ। ਹੁਣ ਪਾਵਰ ਦੇ ਦਿੰਦਾ, ਜ਼ਿਆਦਾ ਪਾਵਰ ਦੇ ਦਿੰਦਾ ਵੀ ਦਵਾ ਦਵ ਡੁੱਬੋ ਹੁਣ ਛੇਤੀ, ਗੜ 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 ਕਰਕੇ ਭਰ ਜਾ ਹੁਣ ਛੇਤੀ ਦੇਖੀ। ਪਬਲਿਕ ਨੂੰ ਜਿਹੜੇ ਵਾਅਦੇ ਕੀਤੇ ਹੁੰਦੇ ਨੇ ਭਲੇ ਦੇ, ਮੂੰਹ ਹੋਰ ਹੁੰਦਾ ਨਾ, ਉਹੀ ਗੱਲ ਵਿੱਚ ਪੈ ਜਾਂਦੇ ਨੇ। ਪਬਲਿਕ ਸਮਝ ਜਾਂਦੀ ਹੈ। ਐਡਾ ਕਿਹੜਾ ਨਿਆਣਾ, ਸਾਰੇ ਇੱਕੋ ਜਿਹੇ ਨੇ। ਫਿਰ ਪਬਲਿਕ ਜਦ ਸਮਝ ਜਾਂਦੀ ਹੈ ਨਾ, ਫਿਰ ਉਹ ਉਗਰ ਰੂਪ ਪਬਲਿਕ ਦੇ ਭੇਜਦੀ ਆ ਵਿੱਚ ਸੰਗਤ ਹਰ ਪ੍ਰਭ ਬੱਸੇ ਜੀ। ਬਾਸਾ ਤਾਂ ਉਹੀ ਹੈ ਸਾਰਿਆਂ 'ਚ। ਫਿਰ ਪਬਲਿਕ ਦਾ ਉਗਰ ਰੂਪ, ਉਹਦਾ ਉਗਰ ਰੂਪ ਹੀ ਹੁੰਦਾ। ਉਹ ਕਿਹੜਾ ਸਾਡੇ ਵਿੱਚ ਹੀ ਆ, ਉਹ ਪਬਲਿਕ ਦਾ ਉਗਰ ਰੂਪ, ਉਹਦਾ ਉਗਰ ਰੂਪ ਹੁੰਦਾ। ਇਹ ਤੋਂ ਬਚਣਾ ਚਾਹੀਦਾ। ਦੇਖੋ ਰਸ਼ੀਆ ਦੇ ਵਿੱਚ ਵੀ ਇਨਕਲਾਬ ਆਇਆ, ਹਿਸਟਰੀ ਹੈ ਸਾਡੇ ਕੋਲ। ਬਿਲਕੁਲ। ਉੱਥੇ ਵੀ ਮੈਂ UN ਦੇ ਵਿੱਚ ਵੀ ਜਦੋਂ ਨਾ ਜਰਮਨ ਦੇ ਵਿੱਚ ਮੈਂ ਕਿਹਾ ਸੀ ਵੀ ਭਾਈ ਜਦੋਂ ਸ਼ਾਂਤੀ ਹੁੰਦੀ ਹੈ ਉਹਨੂੰ ਵੇਲੇ ਸਿਰ ਜੇ ਨਾ ਆਪਾਂ ਕੰਟਰੋਲ ਕਰੀਏ ਨਾ, ਉਹਦਾ ਇਲਾਜ ਕਰੀਏ ਤਾਂ ਕ੍ਰਾਂਤੀ ਬਣ ਜਾਂਦੀ ਹੈ। ਰਹਿ ਉਹ ਦਿੱਤੀ ਸੀ, ਬਾਕੀ ਇਹਨਾਂ ਦੀ ਮਰਜ਼ੀ ਹੈ ਮੰਨਣ ਨਾ ਮੰਨਣ। ਉਹ ਤਾਂ ਯੁਧਿਸ਼ਟਰ ਨੇ ਤਾਂ ਉਹਨੂੰ ਵੀ ਰਾਏ ਦੇ ਦਿੱਤੀ, ਜਦ ਕਹਿੰਦਾ ਮੈਂ ਬਚੂ ਕਿਵੇਂ। ਦੁਰਯੋਧਨ ਕਹਿੰਦਾ ਮੈਂ ਹੁਣ ਕਿਵੇਂ ਬਚੂ। ਉਹ ਕਹਿੰਦਾ ਮਾਂ ਕੋ ਨੰਗਾ ਹੋ ਕੇ ਚਲਿਆ ਜਾ, ਮਾਂ ਤਾਂ ਮੱਤ ਹੈ, ਔਰ ਤੇਰੀ ਮੱਤ ਹੈ, ਉਹਨੂੰ ਆਪਣੇ ਨੰਗਾ ਹੋ ਕੇ ਚਲਾ ਵੀ ਮੈਂ ਐ ਮੇਰੇ ਤੇ ਪਾਪ ਹੋ ਗਏ, ਮੈਨੂੰ ਬਖਸ਼ ਲੈ, ਕਹਾਂ ਨੂੰ ਮੈਂ ਪਾਪ ਛੱਡੇ। ਗੱਲ ਤਾਂ ਸੀ ਉਹਨਾਂ ਨੇ ਮਾਂ ਹੋਰ ਬਣਾ ਲਈ। ਮਾਂ ਨੇ ਪੱਟੀ ਬੰਨੀ ਹੋਈ ਸੀ, ਸਾਡੀ ਮਾਂ ਦੇ ਪੱਟੀ ਬੰਨੀ ਹੈ ਮੱਤ, ਤਾਂ ਸਾਨੂੰ ਪਤਾ ਹੀ ਨਹੀਂ ਕੀ ਹੈ। ਅੱਖਾਂ ਦੇ ਪੱਟੀ ਨਹੀਂ ਬੰਨੀ ਹੋਈ ਸੀ, ਅਸੀਂ ਅੱਖਾਂ ਦੇ ਪੱਟੀ ਬੰਨੀ ਆ। ਕੱਲ ਉਹੀ ਮਾਂ ਦੇ ਪੱਟੀ ਬੰਨੀ ਆ ਦਲੀ ਦੇ, ਉਹ ਤਾਂ ਅੰਦਰ ਬੈਠੀ ਹੈ। ਅਕਲ ਮਾਂ ਹੈ ਸਾਡੀ। ਜੇ ਅਕਲ ਚੁੱਪ ਕਰ ਜਾਵੇ, ਪੱਟੀ ਬੰਨ ਲਵੇ ਅੱਖਾਂ ਤੇ, ਫਿਰ ਬੁਰੇ ਕੰਮ ਕਰੂਗਾ। ਫਿਰ ਮਹਾਭਾਰਤ ਹੋਊ, ਮਹਾਭਾਰਤ ਹੋਊ। ਬਾਪ ਵੀ ਅੰਨਾ, ਬਾਪ ਵੀ ਅੰਨਾ, ਬਾਪ ਵੀ ਅੰਨਾ। ਮਾਂ ਨੇ ਪੱਟੀ ਬੰਨ ਲਈ, ਪੱਟੀ ਬੰਨ ਲਈ। ਬਾਪ ਵਿਵੇਕ ਅੰਨਾ ਹੋ ਗਿਆ ਸਾਡਾ, ਵਿਵੇਕ ਬਾਪ ਹੈ। ਫਿਰ ਕੀ ਬਣੂ ਦੁਨੀਆ ਦਾ? ਕੀ ਬਣੂ? ਉਹੀ ਹੋਇਆ ਜੋ ਵਿਵੇਕ ਅੰਨਾ। ਮਾਂ ਨੇ ਪੱਟੀ ਬੰਨੀ ਹੈ ਬੁੱਧੀ ਨੇ, ਮਹਾਭਾਰਤ ਹੋਣ ਨੂੰ ਤਿਆਰ ਹੈ। ਹੁਣ ਹੈ ਤਾਂ ਅਸਲ ਆਹ ਕਹਾਣੀ ਮਹਾਭਾਰਤ ਦੀ। ਇਹ ਬਹੁਤ ਡੂੰਘਾ ਗ੍ਰੰਥ ਹੈ ਮਹਾਭਾਰਤ। ਇਹ ਨਹੀਂ ਅਰਥ ਜਿਹੜੇ ਇਹ ਕਰਦੇ ਨੇ, ਸਾਹਮਣੇ ਹੀ ਆ, ਤੁਹਾਡੇ ਹੋਣ ਨੂੰ ਤਿਆਰ ਹੈ। ਕ੍ਰਿਸ਼ਨ ਕਹਿੰਦਾ ਬਚਾ ਲਓ, ਜਦ ਨਹੀਂ ਮੰਨਦੇ ਉਹ ਕਹਿੰਦਾ ਵੀ ਇਹ ਹੁਣ ਪਰਮੇਸ਼ਰ ਚਾਹੁੰਦਾ ਹੋਵੇ ਮੇਰੇ ਹੱਥ ਖੜੇ। ਉਹ ਤਾਂ ਇਹੀ ਕਹਿ ਸਕਦਾ ਭਾਈ ਬਚਾ ਲਓ, ਨਾ ਕਰੋ। ਨਹੀਂ ਕਰਦੇ ਬਈ ਤੁਹਾਡੀ ਮਰਜ਼ੀ ਹੈ। ਜਾਣਦੇ ਸਾਰੇ ਹੀ ਨੇ, ਪਰ ਜਦੋਂ ਜਿਹੜਾ ਹੈ ਨਾ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਉਹ ਸੱਚੀ ਹੈ। ਬਸ ਰਾਵਣ ਨੂੰ ਵੀ ਕਹਿੰਦੇ ਪਤਾ ਸੀ, ਫਲਾਣੇ ਨੂੰ ਵੀ ਪਤਾ, ਪਰ ਗ੍ਰੰਥਾਂ 'ਚ ਕਹਾਣੀਆਂ ਨੇ ਵੀ ਜੇ ਉਹਨੂੰ ਪਤਾ ਸੀ ਵੀ ਤੂੰ ਘੋੜੀ 'ਤੇ ਨਾ ਚੜ੍ਹੀ, ਐ ਹੋ ਜੂ, ਕਲ ਜੂਗਾ ਜੂ, ਕਿਉਂ ਚੜ੍ਹਿਆ। ਹੁਣ ਸਾਨੂੰ ਸਭ ਕੁਝ ਮੂਹਰੇ ਦਿੰਦਾ, ਪਰ ਅਸੀਂ ਫੇਰ ਨਹੀਂ ਹਟਦੇ ਪਿੱਛੇ ਨੂੰ। ਇੱਦਾਂ ਹੀ ਹੁੰਦਾ ਇਹ। ਇਹੀ ਲੀਲਾ ਹੈ, ਇਹੀ ਖੂਬਸੂਰਤ ਹੈ। ਮਹਾਭਾਰਤ ਦੇ ਵਿੱਚ ਵੀ ਸਾਰੇ ਵਿਦੇਸ਼ੀ ਨਹੀਂ ਸੀ ਆਏ, ਵਿਦੇਸ਼ੀ ਇਨਵੋਲਵ ਨਹੀਂ ਹੋ ਰਹੇ ਸਾਰੇ। ਹੁਣ ਬਹੁਤ ਸਾਰੇ ਵਿਦੇਸ਼ੀ ਰਾਜੇ ਇਕੱਠੇ ਹੋ ਗਏ ਸੀ, ਹੁਣ ਨਹੀਂ ਹੋ ਰਹੇ ਵਿਦੇਸ਼ੀ ਇਨਵੋਲਵ। ਹੋ ਰਹੇ ਫਿਰ
ਕਿਉਂਕਿ ਉਧਰ ਵੀ ਵਿਵੇਕ ਚੇਤਨ ਉਹਨੂੰ ਖਤਮ ਨਹੀਂ। ਹਾਂ, ਇੱਥੇ ਪਹਿਲਾਂ ਵਿਦੇਸ਼ੀ ਸਾਰੇ ਨਹੀਂ ਆ ਕੇ ਲੜੇ, ਹੁਣ ਵੀ ਉਹੀ ਗੱਲ ਹੈ। ਪਰ ਲੜਾਈ ਵਿਚਾਰਾਂ ਦੀ ਹੋ ਰਹਿਣੀ ਚਾਹੀਦੀ ਹੈ। ਫਿਰ ਵੀ ਸਾਰੀ ਦੁਨੀਆ ਇੱਕ ਹੈ। 2030 ਏਜੰਡਾ ਬਣਿਆ ਹੋਇਆ ਹੈ, ਧਰਮ ਬਿਨਾਂ ਨਹੀਂ ਰਾਹ ਚੱਲਾ ਹੈ, ਸਾਈਨ ਤੁਸੀਂ ਕਰਕੇ ਆਏ ਹੋਏ ਹੋ। ਮੈਨੂੰ ਤਾਂ ਇਉਂ ਲੱਗਦਾ ਵੀ 2030 ਏਜੰਡੇ ਦੇ ਖਿਲਾਫ ਕੰਮ ਕਰ ਰਹੇ ਨੇ, ਸਾਈਨ ਉੱਥੇ ਕਰਕੇ ਆਏ ਹੋਏ ਨੇ। ਭਾਈ ਆ ਤਾਂ ਇਹ ਦੱਸਣ ਵੀ 2030 ਏਜੰਡੇ ਦੇ ਖਿਲਾਫ ਤੁਸੀਂ ਜੇ ਸਾਈਨ ਕੀਤੇ ਨੇ, ਦੱਸੋ 2030 ਏਜੰਡੇ ਦਾ ਕੀ ਪ੍ਰੋਗਰਾਮ ਹੈ ਜਿਹੜਾ ਤੁਸੀਂ ਆਜ ਅਸ਼ਾਂਤੀ ਹੈ ਸਾਡੇ। ਉਹ ਤਾਂ ਕਹਿੰਦੇ ਸ਼ਾਂਤੀ ਕਰਕੇ ਫਿਰ ਇੱਥੋਂ ਸ਼ਾਂਤੀ ਨਿਕਲੂਗੀ, ਫਿਰ ਅਸੀਂ ਇੱਕ ਸਰਕਾਰ ਬਣਾਵਾਂਗੇ, ਫਿਰ ਦੁਨੀਆ 'ਚ ਇੱਕ ਸਰਕਾਰ ਕੱਢ ਬਣਾਵਾਂਗੇ। ਲੈਣ ਤੋਂ ਚਲੋ ਭਾਈ ਕੱਢ ਲਓ, ਅਸੀਂ ਵੀ ਸਭ ਸਰਕਾਰਾਂ ਕਮਜ਼ੋਰ ਹੋ ਕੇ ਲੜਾਈ ਝਗੜਾ ਪੈਦਾ ਕਰਕੇ ਖਤਮ ਹੋ ਜਾਣਗੀਆਂ, ਤੇ ਫਿਰ ਇੱਕ ਸਰਕਾਰ ਬਣੇਗੀ ਦੁਨੀਆ ਦੀ, ਤਾਂ ਫਿਰ ਸ਼ਾਂਤੀ ਸਥਾਪਿਤ ਕਰਾਂਗੇ। ਉਹ ਤਾਂ ਅਸੀਂ ਵੀ ਸੁਣਦੇ ਆਉਂਦੇ ਹਾਂ। ਅਸੀਂ ਵੀ ਪੁਰਾਣੇ ਕਹਿੰਦੇ 12 ਕੋ ਤੇ ਦੀਵਾ ਜਲਿਆ ਕਰੂਗਾ, ਹਾਂ ਦੁਨੀਆ ਨਹੀਂ ਰਹਿਣੀ। ਕਿਤੇ 12 ਕੋ ਤੇ ਜਾ ਕੇ ਤੁਹਾਨੂੰ ਦੀਵਾ ਬਲਦਾ ਮਿਲਿਆ ਕਰੂ। ਫਿਰ ਜਦ ਅਸੀਂ ਰਹਿਣਾ ਹੀ ਨਹੀਂ, ਫਿਰ ਆਹ ਕਿਹੜੇ ਪਏ ਹੋਏ ਹੋ ਤੁਸੀਂ। ਨਿਕਲੂ ਕੀ ਲੜਾਈ ਚੋਂ? ਡਿਸਟਰਕਸ਼ਨ ਨਿਕਲੀ ਨਾ। ਉਸ ਦੇ ਬਾਵਜੂਦ ਵੀ ਹੁੰਦੀ ਗੱਲਾਂ ਆਪਾਂ ਕਰ ਰਹੇ ਹਾਂ ਵਿਕਾਸ ਦੀਆਂ, ਵੱਧ ਰਹੇ ਹਾਂ ਡਿਸਟਰਕਸ਼ਨ ਵੱਲ ਨੂੰ। ਜਾਂ ਤਾਂ ਫਿਰ ਸਾਡੀਆਂ ਮਜਬੂਰੀਆਂ, ਸਾਡੀ ਅਕਲ ਹੈ ਸਾਡੀ ਦੁਸ਼ਮਣ ਹੈ, ਮੈਨੂੰ ਤਾਂ ਐਂ ਲੱਗਦਾ। ਮੈਂ ਉੱਥੇ ਵੀ ਗਿਆ ਸੀ ਰਾਮਪੁਰ। ਅੱਛਾ ਜੀ। ਰਾਮਪੁਰ ਉਦੋਂ ਨਾ 17 ਤਰੀਕ ਨੂੰ ਮੈਂ ਕਿਹਾ ਵੀ ਜਿਹੜੀ ਆਪਣੀ ਅਕਲ ਹੈ ਨਾ, ਆਪਾਂ ਕਿੰਨੇ ਵੀ ਆਪਾਂ ਅਕਲਮੰਦ ਆਪਣੇ ਆਪ ਨੂੰ ਸਮਝੇ, ਸਾਡੀ ਅਕਲ ਹੈ ਸਾਡੀ ਦੁਸ਼ਮਣ ਹੈ ਇਸ ਵਕਤ। ਉਹਦੀ ਵਜ੍ਹਾ ਨਾਲ ਮੈਂ ਦੱਸ ਦਿੰਦਾ ਕਿਉਂ ਮੈਂ ਇਹ ਗੱਲ ਕਹਿਤੀ। ਅਸੀਂ ਇੱਥੇ ਡਿੱਗ ਪਏ, ਉੱਥੋਂ ਚਲੋ ਜੀ ਆਦਮ ਡਿੱਗ ਪਿਆ ਜਿਵੇਂ ਤੁਸੀਂ ਕਹਿੰਦੇ ਹੋ, ਹੈਵਨ ਚੋਂ ਡਿੱਗੇ ਅਸੀਂ ਇੱਥੇ, ਸਵਰਗ ਚੋਂ ਉਰੇ ਡਿੱਪੇ ਨਾ। ਉਹ ਕਹਿੰਦੇ ਹਰਖ ਦਾ ਮਾਰਿਆ ਨਰਕ 'ਚ ਜਾ ਪੈਂਦਾ, ਗੁੱਸੇ ਦਾ ਮਾਰਿਆ, ਨਾਰਾਜ਼ ਹੋ ਕੇ ਘਰੋਂ ਆ ਗਿਆ, ਮਾਂ ਬਾਪ ਨਾਲ ਬਾਹਰ ਚਲਿਆ ਗਿਆ, ਉੱਥੇ ਹੁਣ ਭਟਕਦਾ ਫਿਰਦਾ, ਲੋਕਾਂ ਨਾਲ ਵੀ ਲੜੀ ਜਾਂਦਾ। ਜਾਂ ਘਰ ਨਹੀਂ ਰਲ ਕੇ ਬੈਠਿਆ, ਬਾਹਰ ਕਿਹੜਾ ਰਲ ਕੇ ਬੈਠੂ ਕਿਸੇ ਨਾਲ। ਇਹ ਸਾਰੇ ਉਹਦੀ ਔਲਾਦ ਆ, ਇੱਥੇ ਫੇਰ ਲੜੀ ਜਾਂਦੇ ਆ। ਇੰਨਾ ਕੁਛ ਫਰੀ ਬਾਰਿਸ਼ ਪਾ ਦਿੰਦਾ ਸਾਨੂੰ, ਇੰਨਾ ਕੁਛ ਫਰੀ ਫਲ ਫਰੂਟ, ਕਿੰਨਾ ਕੁਛ ਕੀ ਕਰਕੇ ਦੇ ਦਿੱਤਾ, ਲੜੀ ਫੇਰ ਜਾਂਦੇ ਹੋ। ਫੇਰ ਦੁਖੀ ਆ। ਸਹੰਸਰ ਦਾਨ ਦੇ ਇੰਦਰ ਰਵਾਇਆ, ਆ ਇਹਦਾ ਮਤਲਬ ਹੈ ਹਜ਼ਾਰਾਂ ਦਾਨ ਦਿੱਤੇ ਨੇ, ਕਿੰਨਾ ਕੁ ਤੁਹਾਨੂੰ ਦਿੱਤਾ, ਅਸੀਂ ਫੇਰ ਹੋਈ ਜਾਂਦੇ ਹਾਂ ਕਾਇਨਾਤ ਦਾ ਬਾਦਸ਼ਾਹ ਬਣ ਕੇ। ਰੋਂਦੇ ਨਹੀਂ, ਫੇਰ ਹੋਈ ਜਾਂਦੇ ਆ। ਪਰਸ ਰਾਮ ਰੋਵੇ ਘਰ ਆਇਆ, ਜਦ ਰਾਮ ਨੂੰ ਪਰਸ ਲੈਂਦਾ ਫੇਰ ਰੋਂਦਾ, ਘਰ ਆ ਕੇ ਵੀ ਰੋਂਦਾ। ਕਿਉਂ? ਕਹਿੰਦਾ ਮੇਰੀ ਮੱਤ ਮਾਰੀ ਗਈ, ਤੂੰ ਤਾਂ ਮੇਰੇ ਨਾਲੇ ਸੀ, ਮੈਂ ਉਹ ਲੱਭਦਾ ਬਾਹਰ ਰਿਹਾ ਤੈਨੂੰ, ਤੂੰ ਅੰਦਰ ਬੈਠਾ ਮੈਂ ਤੈਨੂੰ ਬਾਹਰ ਲੱਭਦਾ ਸੀ। ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ, ਜੇ ਮੈਂ ਮੰਨ ਲੈਂਦਾ ਧਰਮ ਦੀ ਗੱਲ, ਤਾਂ ਇੰਨਾ ਭਟਕਦਾ ਕਿਉਂ, ਇੰਨੇ ਦੁੱਖ ਕਿਉਂ ਚੱਲਦਾ। ਹੁਣ ਗੱਲ ਧਰਮ ਦੀ ਜਿਹੜੀ ਸਾਨੂੰ ਮੈਸੇਜ ਦਿੱਤਾ ਮੈਸੇਂਜਰਾਂ ਨੇ, ਉਹ ਕਹਿੰਦੇ ਘਰੋਂ ਤਾਂ ਆ ਗਏ, ਇੱਥੇ ਸੁੱਖ ਨਾਲ ਜੇ ਰਹਿਣਾ ਮੰਤਰ ਹੈ। ਉਹ ਮੰਤਰ ਦਿੱਤਾ ਗੁਰਬਾਣੀ, ਮੰਤਰ ਦਿੱਤਾ ਵੇਦ ਦੇ ਵਿੱਚ, ਜਿਹੜੇ ਮੰਤਰ ਨੇ ਸੁਖੀ ਰਹਿਣ ਦੇ ਮੰਤਰ ਨੇ। ਸਾਰੇ ਸੁਖੀ ਕਿਵੇਂ ਰਹਿ ਸਕਦੇ ਆ? ਮੰਨਣ ਨੂੰ ਤਿਆਰ ਕਿਉਂ ਨਹੀਂ? ਸਾਡੀ ਉਹ ਅਕਲ ਨਹੀਂ ਮੰਨਣ ਦਿੰਦੀ ਉਹਨੂੰ। ਫਿਰ ਜੇ ਅਕਲ ਮੰਨਣ ਨਹੀਂ ਦਿੰਦੀ ਸਾਨੂੰ ਧਰਮ, ਫਿਰ ਅਕਲ ਦੁੱਖ ਦੇਵਾ ਕਿ ਸੁੱਖ ਦੇਵਾ? ਅਕਲ ਹੈ ਸਾਡੀ ਅਕਸਰ ਦੁੱਖ ਹੀ ਦਿੰਦੀ ਹੈ ਜ਼ਿਆਦਾ ਅਕਲ। ਜਦੋਂ ਮੰਨਣ ਨਹੀਂ ਦਿੰਦੀ ਪਰਮੇਸ਼ਰ ਦੀ ਗੱਲ ਵੀ, ਜਿਹਨੂੰ ਅਸੀਂ ਬਾਪ ਕਹਿੰਦੇ, ਉਹਦੀ ਸਲਾਹ ਨਹੀਂ ਅਸੀਂ ਮੰਨਦੇ, ਮੰਨਣ ਨਹੀਂ ਦਿੰਦੀ ਸਾਡੀ ਉਹ ਅਕਲ। ਫਿਰ ਅਕਲ ਸਾਡੀ ਦੁੱਖ ਰੂਪ ਹੈ, ਸੁੱਖ ਰੂਪ ਹੈ। ਬਸ ਇਹ ਨੁਕਤਾ, ਜੇ ਇਹ ਨੁਕਤਾ ਸਮਝ ਗਏ ਨਾ ਜਿੱਦਣ, ਉਦੋਂ ਅਸੀਂ ਘਰ ਨੂੰ ਮੁੜ ਪਾਵਾਂਗੇ ਸੁੱਖ ਵੱਲ ਨੂੰ। ਫਿਰ ਸੁੱਖੇ ਸੁੱਖਦੇ, ਪਰ ਅਸੀਂ ਆਪਣੀ ਅਕਲ ਨੂੰ ਮੰਨਦੇ ਹੀ ਨਹੀਂ ਦੁੱਖ ਰੂਪ। ਸਿਆਪਾ ਤਾਂ ਇਹ ਹੈ, ਸਾਨੂੰ ਇਹ ਨਹੀਂ ਪਤਾ ਮੈਂ ਹਾਂ ਕੀ। ਦਸਮ ਪਾਤਸ਼ਾਹ ਨੇ ਖਾਲਸਾ ਮੇਰੋ ਬੁੱਧ ਔਰ ਗਿਆਨ, ਜੋ ਸਾਡੀ ਬੁੱਧ ਆ ਉਹੀ ਮੇਰਾ ਮੈਂ। ਉਹੀ ਮੈਂ
ਉਹਨਾਂ ਨੂੰ ਕਾਬੂ ਕਰਨਾ ਸੀ, ਇਹਨੂੰ ਆ ਗੁਰਬਾਣੀ ਦੇ ਅਧੀਨ ਕਰਨਾ ਸੀ, ਇਹਨੂੰ ਵੇਦ ਬਾਣੀ ਦੇ ਅਧੀਨ ਕਰਨਾ ਸੀ। ਅਸੀਂ ਉਹ ਦੇ ਅਨੁਸਾਰ ਚੱਲਣਾ ਸੀ, ਨੇਚਰ ਦੇ ਮੁਤਾਬਕ ਰੱਖਣੀ ਸੀ ਇਹ। ਉਹ ਅਸੀਂ ਚਾਹੁੰਦੇ ਹਾਂ ਨੇਚਰ ਨੂੰ ਸਾਡੇ ਮੁਤਾਬਕ ਚੱਲਣਾ ਚਾਹੀਦਾ, ਨੇਚਰ ਨੂੰ ਆਪਣੇ ਅਧੀਨ ਕਰਨਾ। ਇੱਥੋਂ ਆ ਕੇ ਮੱਤ ਪੁੱਠੀ ਹੋਈ ਆ ਸਾਡੀ। ਅਨਨੈਚੁਰਲ ਹੈ ਸਾਡਾ ਸੁਭਾਅ, ਹਰ ਕੁਛ ਅਨਨੈਚੁਰਲ ਕਰਨਾ ਚਾਹੁੰਦੇ ਹਾਂ। ਤੇ ਫਿਰ ਕੁਦਰਤ ਨਾਲ ਟਕਰਾ ਕੇ ਤਾਂ ਫਿਰ ਜੋ ਆਪਾਂ ਰੇਲ ਨਾਲ ਭੱਜ ਲਈਏ ਵੀ ਰੇਲ ਦਾ ਇੰਜਣ ਨੂੰ ਅਸੀਂ ਪੌੜੀ ਤੋਂ ਲਾ ਦੇਣਾ, ਰੇਲ ਤੇ ਭੱਜ ਕੇ ਲਾ ਦੂ। ਅਸੀਂ ਤਾਂ ਚੱਲ ਆਦਮੀ ਆ, ਅਸੀਂ ਤਾਂ ਸਾਡੀ ਹਸੀਅਤ ਰੇਲ ਦੇ ਇੰਜਣ ਦਾ ਮੱਛਰ ਜਿੰਨੀ ਹੈ, ਜਿੰਨਾ ਕੁ ਬਰੀਕ ਜਿਹਾ ਮੱਛਰ ਉੱਡਦਾ, ਇੰਨੀ ਕੁ ਹਸੀਅਤ ਜੇ ਹੋਵੇ ਮੱਛਰ ਰੇਲ ਰੋਕ ਲੂਗਾ। ਹਾਂ, ਉਹਨੂੰ ਭਰਮ ਹੋ ਸਕਦਾ ਮੈਂ ਰੋਕ ਲੂ। ਬੜੇ ਵਿਗਿਆਨ ਨੇ ਬਹੁਤ ਵੱਡਾ ਵਹਿਮ ਤਾਂ ਪੈਦਾ ਕੀਤਾ ਨਾ ਕਿ ਅਸੀਂ ਅਕਲ ਬਹੁਤ ਵਿਕਸਿਤ ਕਰ ਲਈ ਤਾਂ ਅਸੀਂ ਨੇਚਰ ਨੂੰ ਕੰਟਰੋਲ ਕਰ ਲਾਂਗੇ। ਵਿਗਿਆਨ ਵਹਿਮ ਤੋਂ ਹੀ ਪੈਦਾ ਹੋਇਆ। ਪੈਦਾ ਕਿੱਥੋਂ ਹੋਇਆ ਵਿਗਿਆਨ? ਜਿਹਦਾ ਨਾਂ ਹੀ ਗਿਆਨ ਤੋਂ ਵਿਗਿਆਨ ਹੈ। ਜਦੋਂ ਬਦਬੂ ਛੱਡ ਜਾਵੇ ਗਿਆਨ, ਉਹਨੂੰ ਵਿਗਿਆਨ ਕਹਿੰਦੇ ਨੇ। ਗਿਆਨ ਅਸੀਂ ਤਾਂ ਛੋਟੇ ਹੁੰਦੇ ਤੋਂ ਵਿਗਿਆਨ ਦੀ ਬੜੀ ਇੱਜ਼ਤ ਕਰਦੇ ਸੀ। ਵਿਗਿਆਨ ਚ ਬੂ ਆਉਂਦੀ ਨਹੀਂ ਹੁਣ, ਉਹ ਆਉਂਦੀ ਹੈ। ਜਦ ਦੁੱਧ ਵਿਗੜ ਜਾਂਦਾ ਬੂ ਨਹੀਂ ਆਉਂਦੀ, ਫਿਰ ਵਿਗੜ ਜਾਂਦਾ। ਇਹਦਾ ਗਿਆਨ ਵਿਗੜਿਆ। ਜਦ ਗੁਣ ਗਲ ਜਾਣ ਤਾਂ ਵਿਗਿਆਨ ਵੱਲ ਨੂੰ ਜਾਂਦਾ। ਹਰ ਵਿਸਰਤ ਤੇਰੇ ਗੁਣ ਗਲਿਆ। ਗਲੀ ਹੋਈ ਹਰ ਚੀਜ਼ ਚੋਂ ਬਦਬੂ ਮੁੱਖ ਆਵੇ ਤਾਕੇ ਦੁਰਗੰਧ। ਇਹ ਅੱਜ ਸਮਝ ਆਇਆ ਵਿਗਿਆਨ। ਇਹ ਵਿਗਿਆਨ ਤਾਂ ਵਿਗੜੇ ਹੋ ਗਿਆਨ ਨੂੰ ਕਹਿੰਦੇ ਨੇ। ਉਹਨੇ ਤਾਂ ਵਿਗਾੜਤਾ ਸਭ ਕੁਛ। ਉਹੀ ਨਹੀਂ ਹਲੇ ਤੱਕ ਸਾਡਾ ਰਾਹ ਛੱਡਦਾ। ਵਿਗਿਆਨ ਵਾਲਿਆਂ ਨੂੰ ਜੇ ਅਕਲ ਹੁੰਦੀ, ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਵਿਕਾਸ ਔਰ ਵਿਕਾਸ 'ਚ ਕੀ ਫਰਕ ਹੈ। ਵਿਕਾਸ ਵਿੱਚ ਵਿਨਾਸ਼ ਹੁੰਦਾ ਹੈ। ਜਿਹਨਾਂ ਨੂੰ ਇੰਨੀ ਅਕਲ ਨਹੀਂ ਸੀ, ਉਹਨਾਂ ਨੂੰ ਤਾਂ ਵਿਕਾਸ ਦੇ ਵਿੱਚ ਸਭ ਕੁਝ ਲੱਗਿਆ। ਅਸਲ ਨਹੀਂ ਸੀ ਸਭ ਕੁਝ ਲੱਗਿਆ। ਉਹਨਾਂ ਨੂੰ ਐਸੀ ਵੀ ਲੁੱਟ ਲਓ, ਲੋਕਾਂ ਨੂੰ ਦੌਲਤ ਇਕੱਠੀ ਕਰ ਲਓ, ਮੌਜਾਂ ਕਰਾਂਗੇ, ਰਾਜ ਕਰਾਂਗੇ, ਆਹ ਗੱਲ ਸੀ। ਮੋਬਾਈਲ ਬਣਾਏ, ਆਹ ਜੋ ਕੁਝ ਬਣਾਇਆ ਹੁਣ, ਉਹ ਤਾਂ ਜੋ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹ ਨਹੀਂ ਪਤਾ, ਅਜੇ ਤਾਂ ਹੋਣੀਆਂ ਨੇ। ਉਹ ਕਹਿੰਦੇ ਬਿਮਾਰੀਆਂ ਨਾਲ ਫਿਰ ਬੰਦਾ ਕੰਟਰੋਲ ਵਿੱਚ ਰਹਿੰਦਾ ਨਾ, ਨਹੀਂ ਤਾਂ ਬੰਦਾ ਧਾਰਮਿਕ ਬੰਦਾ ਤਾਂ ਆਜ਼ਾਦ ਹੋ ਜਾਂਦਾ ਹੈ, ਕਿਸੇ ਦਾ ਕਹਿਣਾ ਨਹੀਂ ਮੰਨਦਾ। ਤੇ ਫਿਰ ਜਿਹੜਾ ਹਕੂਮਤ ਵਿੱਚ ਬੰਦਾ ਚਾਹੁੰਦਾ ਕਿ ਜੇ ਧਾਰਮਿਕ ਬੰਦੇ ਜ਼ਿਆਦਾ ਹੋਏ ਤਾਂ ਸਾਡੀ ਹਕੂਮਤ ਕਿਵੇਂ ਚੱਲੇਗੀ। ਅਸਲ ਦੇ ਵਿੱਚ ਉਹ ਬੰਦੇ ਨੂੰ ਨਾ ਫਿਰ ਹੋ ਗਏ ਕੰਟਰੋਲ, ਬੰਦੇ ਹੋ ਗਏ ਜਿੰਨੇ ਉਹ ਜ਼ਿਆਦਾ। ਕਹਿੰਦਾ ਮੇਰੇ ਕੰਟਰੋਲ, ਉਹ ਕਹਿੰਦਾ ਮੇਰੇ ਵਿੱਚ। ਦੂਏ ਵੀ ਤਾਂ ਕਹਿੰਦੇ ਨੇ, ਹਰੇਕ ਕਹਿੰਦਾ ਮੇਰੇ ਕੰਟਰੋਲ ਹੋ ਜਾ। ਹਾਂ, ਕੌਣ ਕੋਸ਼ਿਸ਼। ਕਿਹਦੇ ਕੰਟਰੋਲ ਹੋਊ? ਬੜਵਾਰ ਹੋਊ ਜਾਂ ਐਡੇ ਹਥਿਆਰ ਬਣਾ ਲਏ। ਪਹਿਲਾਂ ਬਣਾਈ ਗਏ, ਫਿਰ ਦੇਖਿਆ ਵੀ ਹੁਣ ਜਿੱਤ ਤਾਂ ਸਕਦੇ ਨਹੀਂ ਆਪਾਂ, ਦੋਵਾਂ ਨੇ ਮਰਨਾ ਵੀ ਭਾਈ ਇੱਦੋਂ ਤਾਂ ਆਪਾਂ ਲੜਾਈ ਬੰਦ ਕਰੀ। ਫਿਰ ਉਦੋਂ ਵੀ ਚੱਲ ਪਏ। ਇੰਨਾ ਕੁਛ ਜਿਹੜਾ ਕੀਤਾ ਜਿਨ੍ਹਾਂ ਲੋਕਾਂ ਨੇ, ਉਹ ਬੁੱਧੀਹੀਨ ਤੇ ਅਬੁੱਧੀਵਾਨ ਤੇ। ਪਹਿਲਾਂ ਇਹ ਦੱਸੋ, ਬੁੱਧੀਹੀਨਤਾ ਦਾ ਜਦ ਹੋ ਜਾਂਦਾ ਬੁੱਧੀਹੀਨ, ਫਿਰ ਉਹ ਵਿਗਿਆਨ ਵੱਲ ਨੂੰ ਚੱਲਦਾ। ਹਲੇ ਵੀ ਜਦੋਂ ਵੀ ਹਰ ਮੁਸੀਬਤ ਤੇ ਉਹ ਵਿਗਿਆਨ ਦਾ ਸਹਾਰਾ ਲੈਂਦੇ, ਧਰਮ ਦਾ ਸਹਾਰਾ ਤਾਂ ਲੈਂਦੇ ਨੇ। ਮੁਸੀਬਤ ਦਾ ਹੱਲ ਵੀ ਹੋਇਆ, ਇੱਕ ਮੁਸੀਬਤ ਅਜੇ ਮੁੱਕਦੀ ਨਹੀਂ, ਦੋ ਹੋਰ ਪੈਦਾ ਹੋ ਜਾਂਦੀਆਂ ਨੇ। ਆਹੋ, ਉਹ ਬਿਮਾਰੀ ਪੈਦਾ ਕਰਦੇ ਆ, ਫਿਰ ਉਹ ਬਿਮਾਰੀ ਦਾ ਜਿਹੜਾ ਇਲਾਜ ਹੈ ਉਹ ਵੀ ਕਹਿੰਦੇ ਵਿਗਿਆਨ ਨਹੀਂ ਕਰੂਗਾ, ਧਰਮ ਨਹੀਂ ਕਰੂਗਾ। ਉਹਦੇ ਚਾਰ ਬਿਮਾਰੀਆਂ ਹੋਰ ਨਿਕਲੇ, ਉਹ 'ਚੋਂ ਹੋਰ ਨਿਕਲ ਜਾਂਦੇ। ਮਰਜ਼ बढ़ता ਗਿਆ ਜੂ ਦਵਾ ਕੀ। ਫਿਰ ਇਹ ਵਿਗਿਆਨ ਦੇ ਵਿੱਚੋਂ ਹੀ ਨਿਕਲਦਾ ਸਭ ਕੁਛ। ਮਗਰ ਜਿਹੜਾ ਵੀ ਹਕੂਮਤ ਹੈ ਦੁਨੀਆ ਦੀ, ਉਹਨਾਂ ਨੂੰ ਤਾਂ ਕਿਸੇ ਨੂੰ ਇਹ ਨਹੀਂ ਲੱਗਦਾ ਕਿ ਧਰਮ ਨਾਲ ਸਾਡੀਆਂ ਸਮੱਸਿਆਵਾਂ ਦਾ ਹੱਲ ਹੋਏਗਾ। ਉਹ ਤਾਂ ਸੋਚਦੇ ਕਿ ਵਿਗਿਆਨ ਨਾਲ ਹੀ ਸਮੱਸਿਆ ਦਾ ਹੱਲ ਹੋਏਗਾ। ਕਰ ਲੈਣ ਉਹ ਕੌਣ ਕਹਿੰਦਾ, ਪਹਿਲਾਂ ਕਰੋਨਾ ਦਾ ਹੀ ਕਰ ਲੈਣ। ਹੁਣ ਚੁੱਪ ਕਰੇ ਕਾਹਦੇ ਬੈਠੇ ਨੇ? ਹੁਣ ਹੱਥ ਖੜੇ ਹੋ ਗਏ ਸਾਰਿਆਂ ਦੇ।
ਕਰੋਨਾ ਨੇ ਬਹਿ ਕੇ ਲਾਤਾ ਸਭ ਕਾਸੇ ਨੂੰ। ਅਜੇ ਤਾਂ ਪਹਿਲੀ ਸਟੇਜ ਹੈ ਇਹ, ਜਿਵੇਂ ਪਹਿਲਾਂ KG 'ਚ ਹੁੰਦਾ ਬੱਚਾ ਦਾਖਲ, ਪਹਿਲਾਂ LKG ਹੁੰਦੀ ਹੈ, ਕਿਹੜੀ ਹੁੰਦੀ ਹੈ? ਹਾਂ LKG ਹੁੰਦੇ। ਉਹ ਹੈ ਜੋ ਹੈ LKG ਹੈ। ਆ ਜੋ ਹਾਈ ਕਲਾਸ ਆਉਣੀ ਹੈ ਫਿਰ ਪਤਾ ਲੱਗੂ। ਅਜੇ ਤਾਂ ਚੱਲੀ ਹੈ ਬਿਮਾਰੀ ਦਾ ਸ਼ੁਰੂ, ਇਹਦਾ ਦੂਆ ਰੂਪ ਆਉਣਾ, ਤੀਆ ਆਉਣਾ, ਇਹਦੀਆਂ ਵੈਰਾਈਟੀਆਂ ਕਿਤੇ ਇੱਕ ਹੈ। ਜਿਹਨਾਂ ਨੂੰ ਹੁੰਦਾ ਸਾਰਿਆਂ ਨੂੰ ਕਿਉਂ ਨਹੀਂ ਹੁੰਦਾ ਕਰੋਨਾ? ਇਸ ਮੁਲਕ ਵਿੱਚ ਤਾਂ ਹੋ ਹੀ ਨਹੀਂ ਰਿਹਾ। ਹਜ਼ਾਰਾਂ ਕਿਸਾਨ ਇੰਨੇ ਇਕੱਠੇ ਬਹਿੰਦੇ ਆ, ਹੁਣ ਇਹ ਕਹਿੰਦੇ ਸਿਆਣਿਆਂ ਨੂੰ ਹੋਇਆ, ਮੈਨੂੰ ਤਾਂ ਹੋਇਆ ਨਹੀਂ, ਮੇਰੀ 86 ਸਾਲ ਦੀ ਉਮਰ ਹੈ। ਹਜ਼ਾਰਾਂ ਕਿਸਾਨ, ਹਜ਼ਾਰਾਂ ਬੰਦੇ ਹਰਿਮੰਦਰ ਸਾਹਿਬ ਜਾਂਦੇ ਆ, ਦਰਬਾਰ ਸਾਹਿਬ ਇਹ ਜਾਂਦੇ। ਕੁਛ ਨਹੀਂ ਹੈਗਾ, ਇਹਨਾਂ ਦਾ ਫਰਾਡ ਹੈ। ਦੁਨੀਆ ਨੂੰ ਕਿਸੇ ਬਹਾਨੇ ਕਾਬੂ ਕਰਨ ਦੀ ਗੱਲ ਹੈ, ਕੁਛ ਵੀ ਨਹੀਂ ਹੈ। ਨਜ਼ਰਾਂ ਜ਼ੁਕਾਮ ਹੈ, ਇਹ ਹੁੰਦਾ ਹੀ ਹੈ, ਹੁੰਦਾ ਹੀ ਰਹਿੰਦਾ, ਆਪੇ ਹਟ ਜਾਂਦਾ ਹੁੰਦਾ। ਪਰ ਉਹਦਾ ਨਾਮ ਬਦਲਦਾ ਨਾ, ਨਾਮ ਉਹਨੂੰ ਵੱਡਾ ਨਾਮ, ਡਰਾਉਣਾ ਨਾਮ ਦੇ ਦਿੱਤਾ। ਨਾਮ ਤਾਂ ਦੇਤਾ, ਦਵਾਈਆਂ ਨਹੀਂ ਵੇਚਣੀਆਂ ਵੀ ਤਾਂ ਵੇਚਣੀਆਂ ਨੇ ਡਰਾ ਕੇ। ਕਿੰਨੀਆਂ ਕੁ ਵੇਚਣੀਆਂ, ਲੈ ਕੇ ਕਿੱਥੇ ਜਾਣਾ? ਉਹੀ ਗੱਲ ਦੁਬਾਰਾ ਉੱਥੇ ਸ਼ੁਰੂ ਹੋ ਜਾਂਦੀ ਹੈ। ਉਹ ਅੱਗੇ ਪਲੇਗ ਸੀ, ਕਿੰਨੀਆਂ ਦਵਾਈਆਂ ਲੈਂਦੀਆਂ, ਪਲੇਗ ਪਤਾ ਹੀ ਨਹੀਂ ਕਿੱਧਰ ਗਈ। ਇਹ ਤਾਂ ਫਿਰ ਐ ਨਾ, ਜਿਹੜਾ ਹੁਣ ਖਰਚਾ ਹੈ ਉਹਨਾਂ ਨੇ ਕਰਨਾ, ਆਮਦਨ ਵੀ ਤਾਂ ਕਿਤੋਂ ਕਰਨੀ ਹੈ। ਨਹੀਂ ਹੁਣ ਉਹਨਾਂ ਦਾ ਪ੍ਰੋਗਰਾਮ ਇਹ ਹੈ ਵੀ ਜਿਹੜਾ ਹੋਰ ਪੈਦਾ ਹੋਏ ਨੇ ਨਾ ਸਰਮਾਏਦਾਰ ਛੋਟੇ ਲੈਵਲ ਦੇ, ਉਹ ਖਤਮ ਕਿਵੇਂ ਹੋਣ, ਦੋ ਚਾਰ ਆਦਮੀਆਂ ਦੇ ਹੱਥ 'ਚ ਕਿਵੇਂ ਆ ਜਾਏ। ਸਰਮਾਇਆ ਹੀ ਸਰਮਾਏ ਦੇ ਖਿਲਾਫ ਹੋ ਗਿਆ। ਹਾਂ, ਬੜੀ ਮੱਛੀ ਛੋਟੀ ਮੱਛੀਆਂ ਨੂੰ ਖਾਂਦੀ ਹੈ। ਹੁਣ ਬਹੁਤੀਆਂ ਛੋਟੀਆਂ 'ਚ ਤਾਂ ਜਿਹੜੀ ਤਾਂ ਬਹੁਤਾ ਬੱਚਾ ਹੈ ਛੋਟਾ, ਉਹਨੂੰ ਤਾਂ ਉਹਨਾਂ ਨੂੰ ਫੀਡ ਕਰਨੀ ਪੈਂਦੀ ਹੈ। ਸਰਮਾਏਦਾਰਾਂ ਨੂੰ ਕਣਕ ਫਰੀ ਨਹੀਂ ਦਿੰਦੇ, ਚੌਲ ਫਰੀ ਨਹੀਂ ਦਿੰਦੇ। ਉਹਨਾਂ ਨੂੰ ਤਾਂ ਖਾ ਸਕਦੇ ਨੇ, ਚਾਹੇ ਕੀ ਖਾਣ ਨੂੰ, ਉਹਨਾਂ ਨੂੰ ਖਾਣ ਨੂੰ ਦੇਣਾ ਪੈਂਦਾ। ਉਹਨਾਂ ਨੂੰ ਪਤਾ ਵੀ ਇੱਥੋਂ ਤਾਂ ਸਾਨੂੰ ਕੋਈ ਮਿਲਣਾ ਨਹੀਂ ਖਾਣ ਨੂੰ, ਉਹਨਾਂ ਨੂੰ ਖਾਣ ਨੂੰ ਦੇਣਾ ਹੀ ਪੈਣਾ। ਹੁਣ ਖਾਣ ਕਿਹਨੂੰ? ਖਾਣ ਤੋਂ ਬੜੀਆਂ ਨੂੰ। ਫਿਰ ਕਿਹਨੂੰ ਖਾਣਗੇ? ਉਦੋਂ ਬੜੀਆਂ ਨੂੰ। ਛੋਟੀਆਂ ਨੂੰ ਤਾਂ ਖਾ ਸਕਦਾ ਹੀ ਨਹੀਂ। ਫਿਰ ਅੰਤ ਵਿੱਚ ਇੱਕ ਸਰਮਾਇਆ ਰਹਿ ਜਾਓ, ਇੱਕ ਸਰਮਾਏਦਾਰ ਰਹਿ ਜਾਓ ਦੁਨੀਆ ਵਿੱਚ। ਉਹਨੂੰ ਸਾਰੇ ਲੋਕਾਂ ਨੇ ਖਾਇਆ ਨਾ ਇਕੱਠੇ ਹੋ ਗਏ। ਉਹ ਤੋਂ ਤਾਂ ਪਹਿਲਾਂ ਹੀ ਪਟਾਕਾ ਪੈ ਜਾਣਾ, ਉਹ ਪਹਿਲਾਂ ਨੂੰ ਤਾਂ ਤਿਆਰ ਹੈ। ਦੇਖੋ ਰਾਜ ਵੋਟਾਂ ਦਾ, ਜੇ ਕੋਈ ਕਹੇ ਮੈਂ ਮਾਰਸ਼ਲ ਲਾ ਲਾ ਕੇ ਰਾਜ ਕਰ ਲੂੰ, ਉਦੋਂ ਭੁਲੇਖਾ ਹੈ। ਕਿਹਦੇ ਤੇ ਤਰ੍ਹਾਂ ਫੌਜ ਕਿਹਦੀ ਹੈ? ਗਰੀਬਾਂ ਦੇ ਮੁੰਡਿਆਂ ਦੀ। ਪੁਲਿਸ ਕਿਹਦੀ ਆ? ਉਹ ਵੀ ਗਰੀਬਾਂ ਦੇ ਮੁੰਡਿਆਂ ਦੀ। ਉਹ ਕਹਿੰਦੇ ਅਸੀਂ ਮਸ਼ੀਨਾਂ ਨਾਲ ਕਰ ਲੈਣਾ ਰਾਜ। ਕਿਹਦੇ ਤੇ? ਮਸ਼ੀਨਾਂ ਨੂੰ ਚਲਾਊ ਕੌਣ? ਉਹ ਮਸ਼ੀਨਾਂ ਚਲਾਉਣਗੇ ਬੰਦੇ। ਫਿਰ ਰਾਜ ਕਿਤੇ ਕਰਨਾ? ਆਹ ਰਾਜ ਮਸ਼ੀਨਾਂ ਤੇ ਕਰਨਾ। ਰਾਜ ਕਿਤੇ ਕਰਨਾ ਫਿਰ? ਉਹ ਇੱਦਾਂ ਹੀ ਸੋਚਦੇ ਕਿ ਮਸ਼ੀਨਾਂ ਨਾਲ ਹੀ ਦੁਨੀਆ ਚਲਾ ਲੈਣੀ। ਜਾਨੂੰ ਉਹਨਾਂ ਨੇ ਸੋਚਣਾ ਨਾ, ਜਾਨੂੰ ਪਰਚੀਆਂ ਪਾ ਕੇ ਲੋਕਾਂ ਨੇ ਸਭ ਕੁਝ ਬਦਲ ਦੇਣਾ। ਪਰਚੀਆਂ ਪਾ ਕੇ, ਇੱਕੋ ਵਾਰ ਪਰਚੀਆਂ ਪਾ ਕੇ, ਜਿਵੇਂ ਹੁਣ ਐਤਕੀ ਹੈ, ਫਰਜ਼ ਕੀਤਾ ਇਲੈਕਸ਼ਨ ਹੋ ਗਈ, ਸਾਰੇ ਲੋਕ ਪਰਚੀਆਂ ਪਾ ਕੇ ਰਾਜ ਬਦਲ, ਸੰਵਿਧਾਨ ਬਦਲ ਦੇਣ। ਫਿਰ ਕੀ ਕਰਨਗੇ ਸਰਮਾਏਦਾਰ?